जी दोस्तों, मैं हूं अमजद मलिक और आप देख रहे हैं हमारा YouTube चैनल पंजाब दी शान। ਅੱਜ ਸਾਡੀ ਮੀਟਿੰਗ ਜਨਾਬ ਅਹਿਮਦ ਡੋਗਰ ਸਾਹਿਬ ਨਾਲ ਸੰਡੇ ਦਾ ਦਿਨ ਤੇ ਤੁਹਾਡੀ ਖਿਦਮਤ ਵਿੱਚ ਅਸੀਂ ਹਾਜ਼ਰ ਹੋਏ ਇੱਕ ਅੱਛਾ ਜਿਹਾ ਟੌਪਿਕ ਲੈ ਕੇ। ਵੀਡੀਓ ਮੁਕੰਮਲ ਦੇਖਣਾ ਜਨਾਬ, ਇਨਸ਼ਾਅੱਲਾ ਇਸ ਵੀਡੀਓ ਤੋਂ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ। ਜਿਸ ਟੌਪਿਕ ਦੇ ਉੱਤੇ ਅੱਜ ਅਸੀਂ ਡਿਸਕਸ਼ਨ ਕਰਨ ਜਾ ਰਹੇ ਹਾਂ, ਇਹ ਉਹ ਟੌਪਿਕ ਹੈ ਜਿਸ ਵਿੱਚ 99% ਜਿਹੜਾ ਸਾਡਾ ਐਕਸਪੀਰੀਅੰਸ ਹੈ ਮਾਜ਼ੀ ਦੇ ਵਿੱਚ, ਉਹ ਇਸ ਬਿਮਾਰੀ ਦੇ ਵਿੱਚ ਜਾਨਵਰ ਨੂੰ ਕਹਿੰਦਾ ਹੈ ਕਿ ਜਾਨਵਰ ਐਕਸਪਾਇਰ ਹੋ ਜਾਂਦਾ ਹੈ। ਇਲਾਜ ਨਹੀਂ ਹੈ ਇਸ ਬਿਮਾਰੀ ਦਾ, लेकिन अहमद डोगर साहब के कोल असी आया, इन्होंने कहा जी साढ़े को इंशाअल्लाह 100% इसका इलाज है। बहुत अहम वीडियो, इस वीडियो नूं तुसी लाइक शेयर करना जनाब। टॉपिक साडा अज दा जी, टॉपिक सर अज दा साडा है कि जानवरां नूं चक्री दी जड़ी बीमारी है, उस दे उत्ते असी अहमद डोगर साहब नाल गुफ्तगू करांगे। अहमद डोगर साहब अस्सलाम वालेकुम जी। वालेकुम अस्सलाम जी, भाई क्या हाल है? ठीक हो, खैरियत है? अहमद डोगर साहब साडा अज दा टॉपिक जनाब चक्री, जनाब जानवरां नूं जड़ी चक्री दी बीमारी, ਉਹਦਾ ਇਲਾਜ ਦੱਸੋ ਜੀ, ਵਜ੍ਹਾ ਕੀ ਹੈ, ਕਿਉਂ ਮਸਾਇਲ ਪੈਦਾ ਹੋ ਰਹੇ ਨੇ? ਅੰਦਰ ਭਾਈ ਪਹਿਲੇ ਨੰਬਰ ਤੇ ਜਾਨਵਰਾਂ ਨੂੰ ਜਿੰਨੀਆਂ ਵੀ ਬਿਮਾਰੀਆਂ ਹੁੰਦੀਆਂ ਨੇ ਨਾ ਜੀ, ਅਗਰ ਇੱਕ ਜਾਨਵਰਾਂ ਦੀ 100 ਬਿਮਾਰੀਆਂ ਨੇ ਨਾ ਤੇ ਲੋਕਾਂ ਵਾਸਤੇ 99 ਬਿਮਾਰੀਆਂ ਜਿਹੜੀਆਂ ਨੇ ਉਹ ਕਾਬਲੇ ਇਲਾਜ ਹੈ। ਅੱਛਾ, ਇਹ ਜਿਹੜੀ 1% ਬਿਮਾਰੀ ਸੀ ਨਾ, ਇਹ ਬਿਮਾਰੀ ਕਾਬਲੇ ਇਲਾਜ ਨਹੀਂ ਸੀ ਜੀ ਬਿਲਕੁਲ। ਲੇਕਿਨ ਅਲਹਮਦੁਲਿਲਾ ਅੱਲਾਹ ਪਾਕ ਦਾ ਇਹਸਾਨ ਹੈ ਕਿ 2-3 ਐਨੀਮਲ ਤੇ ਮੈਂ ਮਤਲਬ ਇਹ ਟੋਟਕਾ ਅਪਲਾਈ ਕੀਤਾ ਹੈ। ਅੱਛਾ, ਅਲਹਮਦੁਲਿਲਾ ਉਹ ਮੇਰੇ ਜਾਨਵਰ ਠੀਕ ਹੋ ਗਏ। ਠੀਕ ਹੈ, मतलब कि एक ते मेरे थी मेरे करीब एक दोस्त बकरी में प्रॉब्लम सी। ਅੱਛਾ, अल्हम्दुलिल्लाह वो भी बिल्कुल ठीक हो गई है। ते इंडिया ਦੇ ਵਿੱਚ ਇੱਕ ਫਾਰਮਰ ਨੇ, ਅੱਛਾ, ਮਤਲਬ ਕਿ ਉਹ ਸਿੱਖ ਨੇ ਲੇਕਿਨ ਉਹ ਗੋਟ ਫਾਰਮਿੰਗ ਕਰਦੇ ਨੇ ਤੇ ਉਹਨਾਂ ਨੇ ਆਪਣੇ ਬਰੀਡਰ ਤੇ ਉਹਨਾਂ ਨੇ ਮਤਲਬ ਇਹ ਚੀਜ਼ ਅਪਲਾਈ ਕੀਤੀ ਤੇ ਉਹਨਾਂ ਦਾ ਬਰੀਡਰ ਵੀ ਜਿਹੜਾ ਅਲਹਮਦੁਲਿल्लाह ਠੀਕ ਹੋ ਗਿਆ। ਠੀਕ ਹੋਣ ਤੋਂ ਬਾਅਦ ਈਵਨ ਕਿ ਉਹਨੇ ਬੱਕਰੀਆਂ ਵੀ ਕ੍ਰੋਸਿੰਗ ਸਟਾਰਟ ਕਰ ਦਿੱਤੀ। ਕੀ ਬਾਤ, ਕੀ ਬਾਤ ਹੈ। ਅਹਿਮਦ ਡੋਗਰ ਸਾਹਿਬ ਕਿਉਂ ਜਿਹਾ ਖੁੱਲਿਆ ਤੁਹਾਡੇ ਕੋਲ, ਕਿਉਂ ਜਿਹਾ ਫਾਰਮੂਲਾ ਹੈ? ਦੋਸਤਾਂ ਨੂੰ ਦੱਸੋ ਤਾਂ ਕਿ ਜਨਾਬ ਅੱਲਾ ਸਾਡੀ ਛੁੱਟੀ ਦਾ ਅੱਜ ਜਿਹੜਾ ਦਿਨ ਹੈ ਉਹ ਜ਼ਾਇਆ ਨਾ ਹੋਵੇ, ਲੋਕਾਂ ਦੀ ਖਿਦਮਤ ਵਿੱਚ ਅੱਜ ਫਾਇਦਾ ਹੋਵੇ ਜੀ ਸਾਡੀ ਵਜ੍ਹਾ ਤੋਂ। ਅਮਜਦ ਭਾਈ ਬੇਸਿਕਲੀ ਨਾ ਕੁਝ ਬਿਮਾਰੀਆਂ ਐਸੀ ਹੁੰਦੀਆਂ ਨੇ ਜਿਹੜੀ ਅਸੀਂ ਜਾਨਵਰ ਨੂੰ ਆਪ ਦਿੰਦੇ ਆ। ਅੱਛਾ, ਜਿਹਦੇ ਵਿੱਚ ਇੱਕ ਜਾਨਵਰ ਨੂੰ ਅਸੀਂ ਆਪਣੇ ਹੱਥੀਂ ਬਿਮਾਰੀ ਦਿੰਦੇ ਆ, ਲੰਗਸ ਦੀ ਪ੍ਰੋਬਲਮ ਜਿਹਨੂੰ ਅਸੀਂ ਹੱਥੋਂ ਲੱਗ ਜਾਣਾ ਕਹਿੰਦੇ ਆ। ਠੀਕ ਹੈ, ਉਸੇ ਤਰ੍ਹਾਂ ਹੀ ਇਹ ਜਿਹੜੀ ਚੱਕਰੀ ਦੀ ਬਿਮਾਰੀ ਹੈ ਨਾ, ਇਹ ਵੀ ਸਾਡੀ ਆਪਣੀ ਗਫਲਤ ਦੀ ਵਜ੍ਹਾ ਤੋਂ ਸਾਡੇ ਜਾਨਵਰਾਂ ਨੂੰ ਹੁੰਦੀ ਹੈ। ਅੱਛਾ, ਤੁਸੀਂ ਇੱਕ ਚੀਜ਼ ਨੋਟ ਕਰਨਾ, ਇਹ ਜ਼ਿਆਦਾਤਰ ਇਹ ਜਿਹੜੀ ਪ੍ਰੋਬਲਮ ਹੁੰਦੀ ਹੈ ਨਾ, ਇਹ ਜਿਹੜੇ ਰਿਆਸਤੀ ਐਨੀਮਲਸ ਹੁੰਦੇ ਨੇ ਨਾ, ਮਤਲਬ ਕਿ ਉਧਰ ਤੁਸੀਂ ਕਹਿ ਲਓ ਕਿ ਰਾਜਨਪੁਰ ਵਾਲੀ ਸਾਈਡ ਤੇ ਠੀਕ ਹੈ, ਜਿਹੜੇ ਜਾਨਵਰ ਜੋਹੜਾਂ ਦੇ ਵਿੱਚੋਂ ਪਾਣੀ ਪੀਂਦੇ ਨੇ, ਹਾਂ ਹਾਂ, ਇਹ ਜ਼ਿਆਦਾ ਉਹਨਾਂ ਨੂੰ ਹੁੰਦੀ ਹੈ। ਇਹ ਬੇਸਿਕਲੀ ਨਾ ਕੋਈ ਇੱਕ ਮਖਸੂਸ ਕਿਸਮ ਦੀ ਇੱਕ ਮੱਖੀ ਹੈ। ਇਹ ਮੱਖੀ ਪੈਦਾ ਹੁੰਦੀ ਹੈ ਛੱਪੜਾਂ ਦੇ ਵਿੱਚ, ਠੀਕ ਹੈ, ਘਰ ਗਮਲਿਆਂ ਦੇ ਵਿੱਚ। ਅਗਰ ਪਾਣੀ ਕਿਸੇ ਬੰਦੇ ਨੇ ਆਪਣੇ ਘਰ ਜਾਨਵਰ ਰੱਖੇ ਨੇ, ਗਮਲਿਆਂ ਦੇ ਵਿੱਚ ਪਾਣੀ ਹੈ, ਪਾਣੀ ਮਤਲਬ ਕਿ ਮੌਜੂਦ ਰਹਿੰਦਾ ਹੈ। ਇਹ ਇੱਕ ਮਖਸੂਸ ਕਿਸਮ ਦੀ ਮੱਖੀ। ਇਹ ਮੱਖੀ ਕੀ ਕਰਦੀ ਹੈ, ਜਦੋਂ ਤੁਹਾਡੇ ਜਾਨਵਰ ਨੂੰ ਹਲਕਾ ਫੁਲਕਾ ਜ਼ੁਕਾਮ ਹੁੰਦਾ ਹੈ ਨਾ, ਮੱਖੀ ਕੁਝ ਫਾਸਲੇ ਤੋਂ ਉਹਨੂੰ ਆਪਣਾ ਅੰਡਾ ਹਿੱਟ ਕਰਦੀ ਹੈ। ਅੱਛਾ, ਤੇ ਉਹ ਅੰਡਾ ਜਿਹੜਾ ਵੇ ਉਹ ਸਾਹ ਦੇ ਜ਼ਰੀਏ ਉਹ ਦਿਮਾਗ 'ਚ ਚਲਾ ਜਾਂਦਾ ਹੈ। ਦਿਮਾਗ ਸੇ ਠੀਕ 40 ਦਿਨ ਬਾਅਦ ਉਹ ਅੰਡਾ ਲਾਰਵੇ ਦੀ ਸ਼ਕਲ ਇਖਤਿਆਰ ਕਰ ਜਾਂਦਾ ਹੈ ਦਿਮਾਗ ਦੇ ਵਿੱਚ ਨਾ। ਅੱਛਾ, ਅਕਸਰ ਦੋਸਤ ਜਿਹੜੇ ਸ਼ੋਅ ਕਰਦੇ ਨੇ ਉਹਨਾਂ ਦੇਖਿਆ ਹੋਗਾ ਕਿ ਕਈ ਦਫਾ ਐਸਾ ਹੁੰਦਾ ਕਿ ਜਾਨਵਰ ਬਹੁਤ ਜ਼ੋਰ ਦੀ ਨਿੱਛ ਮਾਰਦਾ, ਨੱਕ ਤੋਂ ਕੀੜਾ ਨਿਕਲ ਕੇ ਡਿੱਗ ਪੈਂਦਾ ਹੈ, ਨਾਰਮਲ ਨਿਕਲਦਾ ਹੈ। ਅੱਛਾ, ਤੇ ਅਸੀਂ ਕਹਿੰਦੇ ਜੀ ਨੱਕ ਤੋਂ ਨਿੱਛ ਜਾਨਵਰ ਨਿੱਛ ਮਾਰੀ, ਜਾਨਵਰ ਨੱਕ ਤੋਂ ਕੀੜਾ ਨਿਕਲੇ ਤਾਂ ਹੁਣ ਜਾਨਵਰ ਜਿਹੜਾ ਵੇ ਅਲਹਮਦੁਲਿल्लाह ਠੀਕ ਹੋ ਗਿਆ। ਠੀਕ ਹੈ, ਲੇਕਿਨ ਉਹ ਬੇਸਿਕਲੀ ਉਹ ਉਹੀ ਹੁੰਦਾ ਜਿਹੜਾ ਕੀੜਾ ਨਿਕਲ ਗਿਆ, ਜਿਹੜਾ ਅੰਦਰ ਜਾ ਕੇ ਹਿੱਟ ਕਰਨਾ ਸ਼ੁਰੂ ਕਰ ਦੇਗਾ। ਉਹ ਬੇਸਿਕਲੀ ਇਹਨੂੰ ਕਹਿੰਦੇ ਦਿਮਾਗ ਦਾ ਫਾਲਜ। ਠੀਕ ਹੈ, ਉਹਦੇ ਦਿਮਾਗ ਨੂੰ ਹਿੱਟ ਕਰੇਗਾ, ਦਿਮਾਗ ਨੂੰ ਖਾਣਾ ਸ਼ੁਰੂ ਕਰੇਗਾ। ਉਹ ਕੁਝ ਅਰਸਾ ਤੱਕ ਤੇ ਬੱਕਰੀ ਐਸਾ ਦਿਮਾਗ ਆਪਣਾ ਮਤਲਬ ਗਰਦਨ ਕਰੇਗੀ। ਉਸ ਤੋਂ ਬਾਅਦ ਕੀ ਕਰੇਗੀ, ਬੱਕਰੀ ਚੱਕਰ ਲਏਗੀ, ਘੁੰਮੇਗੀ। ਤੁਸੀਂ ਉਹਨੂੰ ਛੱਡੋਗੇ ਤਾਂ ਉਹ ਮਤਲਬ ਕਿ ਆਪਣੇ ਸਰਾਊਂਡਿੰਗ ਘੁੰਮਦੀ ਜਾਏਗੀ। ਠੀਕ ਹੈ, ਇੱਕ ਵੀਕ ਬਾਅਦ ਉਹਦੀ ਇੱਕ ਅੱਖ ਜ਼ਾਇਆ ਹੋ ਜਾਏਗੀ। ਅੱਛਾ, ਕਿਉਂਕਿ ਉਹ ਕੀੜਾ ਖਾ ਚੁੱਕਿਆ ਅੰਦਰ ਉਹਦਾ ਸਾਰਾ ਮਾਮਲਾ ਕੀੜੇ ਨੇ ਖਾ ਲਿਆ था। ਠੀਕ ਹੈ, ਕੁਝ ਅਰਸੇ ਬਾਅਦ ਉਹਦੀ ਦੂਸਰੀ ਅੱਖ ਵੀ ਜ਼ਾਇਆ ਹੋ ਜਾਏਗੀ। ਫਿਰ ਯਾਨੀ ਬਿਮਾਰੀ ਸਟਾਰਟ ਹੋਣ ਤੋਂ ਲੈ ਕੇ ਵਿਦਿਨ 10 ਡੇਜ਼ ਅੱਛਾ, ਜਾਂ ਤੇ ਉਹ ਜਾਨਵਰ ਰੂੜੀ ਦੀ ਜ਼ੀਨਤ ਬਣ ਜਾਏਗਾ ਜਾਂ ਕਸਾਈ ਦੇ ਫੱਟੇ ਦੀ ਜ਼ੀਨਤ ਬਣ ਜਾਏਗੀ। ਬਿਲਕੁਲ ਇਸ ਤਰ੍ਹਾਂ ਇਹਨੂੰ ਅਸੀਂ ਇਨੀਸ਼ੀਅਲ ਸਟੇਜ ਤੇ ਹੀ ਅਗਰ ਅਸੀਂ ਇਹਨੂੰ ਕੰਟਰੋਲ ਕਰ ਲਈਏ ਤੇ ਇਹ ਰਿਕਵਰੇਬਲ ਹੈ। ਅਗਰ ਮਤਲਬ ਕਿ ਤੁਸੀਂ ਲਾਸਟ ਸਟੇਜ ਤੇ ਚਲੇ ਜਾਓਗੇ ਤੇ ਫਿਰ ਇਹ ਰਿਕਵਰੇਬਲ ਨਹੀਂ ਹੈ। ਅੱਛਾ, ਇਹਦੀ ਅਮਜਦ ਭਾਈ ਬਹੁਤ ਆਸਾਨ ਹੱਲ ਹੈ। ਨੰਬਰ 1, ਤੁਸੀਂ ਜਿਹੜੇ ਬਾਹਰ ਆਪਣੇ ਜਾਨਵਰ ਨੂੰ ਚਰਾਈਆਂ ਤੇ ਲੈ ਕੇ ਜਾਂਦੇ ਹੋ ਨਾ, ਅੱਛਾ, ਕੋਸ਼ਿਸ਼ ਇਹ ਕਰਨੀ ਹੈ ਕਿ ਉਹ ਬਾਹਰ ਗੰਦਾ ਪਾਣੀ ਜੋਹਰਾਂ ਦੇ ਵਿੱਚੋਂ ਨਾ ਪੀਣ, ਜਾਂ ਅਗਰ ਪੀਂਦੇ ਵੀ ਨੇ, ਅਗਰ ਤੁਹਾਡਾ ਕੋਈ ਜਾਨਵਰ ਜ਼ੁਕਾਮ ਦੇ ਵਿੱਚ, ਠੀਕ ਹੈ, ਤੁਸੀਂ ਉਹਨੂੰ ਬਾਹਰ ਨਹੀਂ ਲੈ ਕੇ ਜਾਣਾ।
ਅੱਛਾ ਉਹਨੂੰ ਤੁਸੀਂ ਘਰ ਹੀ ਉਹਨੂੰ ਡਾਈਟ ਦਿਓ, ਉਹਦਾ ਜ਼ੁਕਾਮ ਦਾ ਉਹਦਾ ਇਲਾਜ ਕਰੋ। ਤੇ ਜਿੱਥੇ ਛੱਤ ਤੇ ਤੁਹਾਡੇ ਜਾਨਵਰ ਵੱਜੇ ਨੇ ਬਰਸਾਤ ਦੇ ਦਿਨਾਂ ਵਿੱਚ ਉਹਨਾਂ ਦੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿਓ। ਬਿਮਾਰੀ ਨੂੰ ਉਹਦਾ ਇਲਾਜ ਕਰਨ ਤੋਂ ਬਿਹਤਰ ਹੈ ਥੋੜੀ ਉਹਦੀ ਇhtiyat ਕਰ ਲਈ। ਹੁਣ ਅਸੀਂ ਆਨੇ ਜੀ ਇਲਾਜ ਵਾਲੀ ਸਾਈਡ। ਠੀਕ ਹੈ। ਇਲਾਜ ਵਾਲੀ ਸਾਈਡ ਤੇ ਮੇਰੇ ਭਾਈ 4 ਚੀਜ਼ਾਂ ਨੇ। ਦੇਸੀ, ਅੱਛਾ 2 ਇੰਜੈਕਸ਼ਨ ਨੇ ਬਹੁਤ ਹੈਵੀ ਕਿਸਮ ਦੇ। ਠੀਕ ਹੈ। ਠੀਕ ਹੈ, ਦੇਖੋ ਅਸੀਂ ਇੱਕ ਏਮ ਸਟਾਰਟ ਕੀਤਾ ਹੋਇਆ ਤੁਸੀਂ ਤੇ ਮੈਂ ਕਿ ਅਸੀਂ ਦੋਸਤਾਂ ਦੀ ਮਦਦ ਕਰਨੀ ਹੈ। ਬਿਲਕੁਲ ਇਨਸ਼ਾਅੱਲਾ। ਅਸੀਂ ਕਿਸੇ ਦੇ ਕੋਲੋਂ ਕੋਈ ਪੈਸਾ ਨਹੀਂ ਲੈਂਦੇ ਜੀ ਬਿਲਕੁਲ ਇਨਸ਼ਾਅੱਲਾ ਤਾਲਾ ਅਸੀਂ ਲਵਾਂਗੇ ਵੀ ਨਹੀਂ। ਲੋਕੀ ਅੱਜ ਕੱਲ ਪੈਸੇ ਲੈ ਕੇ ਵੀਡੀਓ ਲੋਕਾਂ ਦੀ ਬਣਾ ਰਹੇ ਜੀ। ਲੇਕਿਨ ਅਲਹਮਦੁਲਿਲਾ ਸਾਡੇ ਕੋਲ ਇਹੋ ਜਿਹੇ ਇੱਥੇ ਨਾ ਕੋਈ ਸੀਨ ਹੈਗਾ ਨਾ ਅਸੀਂ ਕਰਨਾ ਹੈ। ਅੱਛਾ ਅਮਜਦ ਭਾਈ ਇਹਦੇ ਵਿੱਚ 4 ਚੀਜ਼ਾਂ ਜੇ। ਫਰਨੈਲ ਦੀ ਗੋਲੀਆਂ, ਅੱਛਾ ਤਮਾਕੂ, ਹਾਂ ਠੀਕ ਹੈ, ਸਰਸੋਂ ਦਾ ਆਇਲ, ਅੱਛਾ ਤੇ ਨਸਵਾਰ। ਨਸਵਾਰ, ਅੱਛਾ ਹਾਂਜੀ 4 ਫਰਨੈਲ ਦੀ ਗੋਲੀਆਂ, ਨਸਵਾਰ, ਤਮਾਕੂ ਤੇ ਸਰਸੋਂ ਦਾ ਆਇਲ। ਅੱਛਾ ਅੱਛਾ ਅਸੀਂ ਇਹਦੇ ਵਿੱਚ ਕੀ ਕਰਨਾ ਹੈ 15 ਗ੍ਰਾਮ ਅਸੀਂ ਨਸਵਾਰ ਦੀ ਗੋਲੀਆਂ ਲੈ ਕੇ ਅਸੀਂ ਉਹਨਾਂ ਨੂੰ ਪੀਸ ਲੈਣਾ ਹੈ। ਠੀਕ ਹੈ। 20 ਗ੍ਰਾਮ ਅਸੀਂ ਲੈਣਾ ਵੇ ਕੋੜਾ ਤਮਾਕੂ। ਠੀਕ ਹੈ। ਠੀਕ ਹੈ, 20 ਗ੍ਰਾਮ ਅਸੀਂ ਲੈਣੀ ਹੈ ਸਬਜ਼ ਨਸਵਾਰ। ਅੱਛਾ ਠੀਕ ਹੈ, 50 ml ਅਸੀਂ ਲੈਣਾ ਵੇ ਸਰਸੋਂ ਦਾ ਤੇਲ। ਸਰਸੋਂ ਦਾ ਤੇਲ ਅਸੀਂ ਗਰਮ ਕਰ ਲੈਣਾ ਹੈ। ਗਰਮ ਕਰਨ ਤੋਂ ਬਾਅਦ ਚੋਂ ਇਹ ਜਿਹੜੀ 4 ਚੀਜ਼ਾਂ ਨੇ ਐਸ ਉਹਦੇ ਵਿੱਚ ਪਾ ਦੇਣੀਆਂ ਨੇ। ਠੀਕ ਹੈ। ਢੱਕ ਦੇਣਾ ਸੀ। ਅੱਛਾ 5-6 ਘੰਟੇ ਤੱਕ ਉਹਦਾ ਅਸਰ ਤੇਲ ਦੇ ਵਿੱਚ ਆ ਜਾਏ ਯਾਨੀ ਢੱਕਿਆ ਜਾਏ। ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਕਿ 5 ml ਵਾਲੀ ਸਿਰਿੰਜ ਲੈਣੀ ਹੈ। ਉਹਦੇ ਚ ਅਸੀਂ ਉਹਨੂੰ ਤੇਲ ਨੂੰ ਭਰਨਾ ਹੈ। ਕਤਰਾ ਕਤਰਾ ਕਰਕੇ ਬੱਕਰੇ ਦਾ ਮੂੰਹ ਬਿਲਕੁਲ ਉੱਪਰ ਨਹੀਂ ਲੱਗ ਜਾਣਾ। ਅੱਛਾ ਨਾਰਮਲ ਰੱਖ ਕੇ ਯਾਨੀ ਕਿ ਹਾਲਤ ਦੀ ਬਜਾਏ ਜਿੱਥੇ ਕੀੜਾ ਹਿੱਟ ਕਰਦਾ ਹੈ ਉਹ ਆਇਲ ਉੱਥੇ ਜਾਏ। ਠੀਕ ਇੱਕ ਤਾਂ ਬਿਲਕੁਲ ਜਾਵਾ ਮੂੰਹ ਬਿਲਕੁਲ ਉੱਤੇ ਸਟੇਟ ਨਹੀਂ ਕਰ ਦੇਣਾ। ਠੀਕ ਹੈ। ਨਹੀਂ ਮਤਲਬ ਅਗਰ ਜਾਨਵਰ ਦਾ ਇਹ ਮੂੰਹ ਹੈ ਨਾ ਉਹਨੂੰ ਅਸੀਂ ਤਕਰੀਬਨ ਇਸ ਲੈਵਲ ਤੇ ਕਰ ਲੈਣਾ ਸੀ। ਥੋੜਾ ਜਿਹਾ ਮਤਲਬ ਉਹਨੂੰ ਹਾਂਜੀ ਹਲਕਾ ਨਹੀਂ ਕਰਨਾ। ਠੀਕ ਹੈ। ਕਤਰਾ ਕਤਰਾ ਕਰਕੇ 5 ml ਤੇਲ ਅਸੀਂ ਇੱਕ ਨਥਨੇ 'ਚ ਪਾਣਾ ਹੈ। ਠੀਕ ਹੈ। 5 ml ਤੇਲ ਅਸੀਂ ਉਹ ਦੂਜੇ ਨਥਨੇ 'ਚ ਪਾਣਾ ਹੈ। ਅੱਛਾ ਉਹ ਤੇਲ ਉਸ ਜਗ੍ਹਾ ਤੇ ਜਾ ਕੇ ਹਿੱਟ ਕਰੇਗਾ ਜਿੱਥੇ ਉਹ ਕੀੜਾ ਜਾਨਵਰ ਨੂੰ ਖਾ ਰਿਹਾ ਹੋਵੇਗਾ। ਠੀਕ ਹੈ। ਉਹਦੇ ਨਾਲ ਇਨਸ਼ਾਅੱਲਾ ਤਾਲਾ ਇੱਕ ਡੋਜ਼ ਨਾਲ ਫਰਕ ਪੈਣਾ ਸ਼ੁਰੂ ਹੋ ਜਾਏਗਾ। ਠੀਕ ਹੈ। ਉਹ ਜਾਨਵਰ ਦੀ ਡੈਥ ਹੋ ਜਾਏਗੀ। ਉਹਦੀ ਜਿਹੜਾ ਕੀੜੇ ਦਿਮਾਗ 'ਚ ਜਿਹੜਾ ਕੀੜਾ ਹੈ ਨਾ ਕੀੜੇ ਦੀ death ਉਹਦੀ ਡੈਥ ਹੋ ਜਾਏਗੀ। ਤੁਸੀਂ ਅਸੀਂ ਇਹ ਅਪਲਾਈ ਕਰਨਾ ਵਿੱਚ 4 ਦਿਨ। ਠੀਕ ਹੈ। ਠੀਕ ਹੈ। ਹੁਣ ਜਿਹੜਾ ਇਹ ਤੇ ਹੋ ਗਿਆ ਦੇਸੀ, ਲੇਕਿਨ ਇਲਾਜ ਦੋਵੇਂ ਕਰਨੇ ਠੀਕ ਨੇ, ਹੈ। ਦੇਸੀ ਵੀ ਦੂਸਰਾ ਵੀ। ਅਸੀਂ ਉਸ ਤੋਂ ਬਾਅਦ ਕੀ ਕਰਨਾ ਹੈ ਐਵਰਮੈਕਟਨ ਦਾ ਅਸੀਂ ਇੰਜੈਕਸ਼ਨ ਲੈਣਾ ਹੈ। ਜਿਹੜਾ ਜ਼ਹਿਰੇ ਜਲਦ ਲੱਗਦਾ। ਹਾਂਜੀ ਐਵਰਮੈਕਟਨ ਹੋ ਗਿਆ, ਐਵਰਮੈਕ ਹੋ ਗਿਆ, ਅਸੀਂ ਇੰਜੈਕਸ਼ਨ ਲੈਣਾ ਹੈ। ਇੰਜੈਕਸ਼ਨ ਲੈ ਕੇ 3 ਸੀਸੀ ਅਸੀਂ ਜਾਨਵਰ ਦੇ ਅੱਜ ਇੱਕ ਕੰਨ 'ਚ ਲਗਾਉਣਾ ਹੈ, ਅਗਲੇ ਦਿਨ ਦੂਸਰੇ ਕੰਨ 'ਚ ਲਗਾਉਣਾ ਹੈ, ਤੀਸਰੇ ਦਿਨ ਫਿਰ ਇੱਕ ਕੰਨ 'ਚ ਲਗਾਉਣਾ ਹੈ ਤੇ ਚੌਥੇ ਦਿਨ ਫਿਰ ਇੱਕ ਕੰਨ 'ਚ ਲਗਾਉਣਾ ਹੈ ਅਸੀਂ। ਅੱਛਾ ਠੀਕ ਹੈ। ਚਲੋ 3 ਦਿਨ ਇੰਜੈਕਸ਼ਨ ਸੌਰੀ 4 ਦਿਨ ਇੰਜੈਕਸ਼ਨ ਜਾਨਵਰ ਨੂੰ ਲਗਾਉਣਾ ਹੈ ਕੰਨ ਦੇ ਪਿੱਛੇ। ਠੀਕ ਹੈ। ਕਿੰਨੇ ਸੀਸੀ? ਇੰਜੈਕਸ਼ਨ 4 ਦਿਨ ਲਗਾਉਣਾ ਵੇ ਅਸੀਂ ਕੰਨਾਂ ਤੇ ਜਾਨਵਰ ਦੇ। ਉਸ ਤੋਂ ਬਾਅਦ ਜੋ ਟੈਲੋਪਿਨ ਦਾ ਇੰਜੈਕਸ਼ਨ ਲੈਣਾ ਅਸੀਂ ਨਾਲ ਸੀ ਲੈਣਾ ਵਿਟਾਮਿਨ 83E ਦਾ ਇੰਜੈਕਸ਼ਨ। ਅੱਛਾ ਅਸੀਂ 5 ਸੀਸੀ ਟੈਲੋਪਿਨ ਇੱਕ ਸਾਈਡ ਤੇ ਲਗਾਉਣਾ ਹੈ ਤੇ 5 ਸੀਸੀ ਵਿਟਾਮਿਨ 83E ਦਾ ਇੰਜੈਕਸ਼ਨ ਅਸੀਂ ਦੂਸਰੀ ਸਾਈਡ ਤੇ ਲਗਾਉਣਾ ਹੈ, ਸਵੇਰ ਵੀ ਸ਼ਾਮ ਵੀ। ਅੱਛਾ 4 ਦਿਨ ਮਤਵਾਤਰ ਰਸੇ ਵੀ ਕਰਨਾ। ਅੱਛਾ ਇਨਸ਼ਾਅੱਲਾ ਤਾਲਾ 5ਵੇਂ ਦਿਨ ਤੁਹਾਨੂੰ ਤੁਹਾਡੇ ਜਾਨਵਰ ਦੇ ਵਿੱਚ ਵਾਜ਼ਿਹ ਫਰਕ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ। ਉਸ ਤੋਂ ਬਾਅਦ ਵਿੱਚੋਂ ਤੁਹਾਨੂੰ ਦੁਬਾਰਾ ਇਹ ਚੀਜ਼ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ। ਚੱਕਰੀ ਦੇ ਇਲਾਜ ਦੇ ਉੱਤੇ ਸਾਡੀ ਡਿਸਕਸ਼ਨ ਜਾਰੀ ਜੀ ਅੰਬਰ ਡੋਗਰ ਸਾਹਿਬ ਨਾਲ। ਤੁਸੀਂ ਇਹ ਜਿਹੜੇ ਫਾਰਮੂਲੇ ਇਹਨਾਂ ਨੇ ਦੱਸੇ ਨੇ ਦੇਸੀ ਵੀ ਔਰ ਅੰਗਰੇਜ਼ੀ ਵੀ, ਇਹ ਤੁਸੀਂ ਕਰਕੇ ਵੇਖੋ। ਇਹਨਾਂ ਨੇ ਅਪਲਾਈ ਕੀਤਾ ਹੈ ਆਪਣੇ ਜਾਨਵਰਾਂ ਦੇ ਉੱਤੇ ਵੀ, ਇੱਕ ਦੋਸਤ ਦੇ ਜਾਨਵਰ ਦੇ, ਈਵਨ ਕਿ ਇਹਨਾਂ ਨੂੰ ਰਿਪਲਾਈ ਇੰਡੀਆ ਤੋਂ ਇੱਕ ਦੋਸਤ ਨੇ ਉਹਨਾਂ ਨੇ ਵੀ ਇਹਨਾਂ ਨੇ ਜਿਹੜੀ ਤਜਵੀਜ਼ ਦੱਸੀ ਹੈ, ਜਿਹੜਾ ਇਲਾਜ ਦੱਸਿਆ ਉਹ ਇਹਨਾਂ ਨੇ ਕੀਤਾ ਹੈ ਔਰ ਉਹਦਾ ਰਿਜ਼ਲਟ ਬੜਾ ਪੋਜ਼ਿਟਿਵ ਆਇਆ। ਤੇ ਮੇਰੀ ਗੁਜ਼ਾਰਿਸ਼ ਹੈ ਕਿ ਇਸ ਵੀਡੀਓ ਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਤੱਕ ਸ਼ੇਅਰ ਕਰੋ ताकि जनाब अला इस जो लोगों को फायदा हो, क्योंकि चक्री का फर्स्ट टाइम मतलब इलाज साड़ी नज़र आ रहा, क्योंकि इस तो पहले असी व्हाट्सएप ग्रुप दे विच बहुत ज़्यादा डिस्कशन की थी, बहुत ज़्यादा डिस्कशन। इसका इलाज चक्री का नहीं है जी, और अंबर डोगर साहब ने इसका इलाज दसिया जी। सर को मजीद कुछ अमजद भाई ऐसी इधर मैं दोबारा फिर रिपीट कर देना जी। 4 चीज़ां ने इहदे जी, सरसों का तेल, नसवार, फरनैल दी गोलियां ते तंबाकू दे पत्ते। ठीक है। मिकदार में दस दी ऑलरेडी। ठीक है। इंजेक्शन में दोबारा रिपीट कर देना मैं एवरमेक्टन, टेलोपेन, विटामिन 83E। अच्छा इंशाअल्लाह ताला ये अपने जानवर ते अप्लाई करन। ठीक है। ते अगर किसी दोस्त नूं ਇਹਦੇ ਵਿੱਚ ਉਹਦਾ ਜਾਨਵਰ ਡੈਥ ਤੋਂ ਵਾਪਸ ਆ ਜਾਵੇ, ठीक है, ਉਹ ਜਿੰਨੇ ਦਾ ਵੀ ਉਹਦਾ ਜਾਨਵਰ ਹੋਵੇ ਉਹ ਸਦਕਾ ਜਾਰੀਆ ਸਮਝ ਕੇ ਉਹਦੀ ਅਸਲ ਰਕਮ ਦਾ 5% ਕਿਸੇ ਮਦਰਸੇ ਨੂੰ, ਕਿਸੇ ਗਰੀਬ ਦੀ ਹੈਲਪ ਕਰ ਦੇਣ।
ਕਿਉਂਕਿ ਇਸ ਬਿਮਾਰੀ ਨਾਲ 100% ਜਾਨਵਰ ਦੀ ਡੈਥ ਹੀ ਹੈ। ਡੈਥ ਹੀ ਹੈ, ਬਿਲਕੁਲ ਜੀ ਬਿਲਕੁਲ। ਲੇਕਿਨ ਅੱਲਾਹ ਦਾ ਸ਼ੁਕਰ ਹੈ ਕਿ ਅੱਲਾਹ ਤਾਲਾ ਦੀ ਜ਼ਾਤ ਨੇ ਇੱਕ ਭੱਗ ਰੱਖ ਦਿੱਤੀ ਸਾਡੇ ਸਿਰ ਤੇ ਕਿ ਅਸੀਂ ਇਹ ਅਪਲਾਈ ਕਰਕੇ ਅਸੀਂ ਜਾਨਵਰ ਇਹਦੇ ਨਾਲ ਬਿਹਤਰ ਕਰ ਲੈਨੇ। ਇਨਸ਼ਾਅੱਲਾ ਕਿਸੇ ਦਾ ਅਗਰ ਇੱਕ ਮਿਸਾਲ ਕੋਈ ਲੱਖ 1.5 ਲੱਖ ਦਾ ਜਾਨਵਰ ਡੈਥ ਆਖਰੀ ਸਟੇਜ ਤੋਂ ਵਾਪਸ ਆ ਜਾਂਦਾ ਹੈ, ਦੇਖੋ ਨਾ ਉਹਦਾ ਤੇ ਮਿੱਟੀ ਹੋ ਗਿਆ ਸੀ। ਬਿਲਕੁਲ ਸੀ। ਤੇ ਜੇ ਅਗਰ ਉਹਦਾ ਸਦਕਾ ਹੀ ਉਸੇ ਜਾਨਵਰ ਦੇ ਸਦਕਾ ਉਹ 5-7 ਹਜ਼ਾਰ ਕਿਸੇ ਮਦਰਸੇ ਨੂੰ ਜਾਂ ਕਿਸੇ ਗਰੀਬ ਨੂੰ ਦੇ ਦਿੰਦਾ ਹੈ, ਤੇ ਮੇਰੇ ਖਿਆਲ ਦੇ ਨਾਲ ਇਹਦੇ ਚ ਕੋਈ ਗਲਤ ਗੱਲ ਨਹੀਂ। ਬਿਲਕੁਲ ਇਸ ਤਰ੍ਹਾਂ, ਬਿਲਕੁਲ ਇਸ ਤਰ੍ਹਾਂ ਜੀ। ਵੀਡੀਓ ਦਾ ਇਖਤਤਾਮ ਕਰਦੇ हैं जी। आमिर डोगर साहब अपना कॉन्टैक्ट नंबर दो जी वीडियो ਵਿੱਚ। 0315 जी 466 4782। ਲੇਕਿਨ ਮੇਰੀ ਇੱਕ ਦੋਸਤਾਂ ਦੀ ਇੱਕ ਰਿਕੁਐਸਟ ਹੈ, ਮੈਨੂੰ ਕਾਲ ਕਰਨੀ ਹੈ ਸਵੇਰ 10 ਵਜੇ ਤੋਂ ਬਾਅਦ ਤੇ ਸ਼ਾਮ 6 ਵਜੇ ਤੋਂ ਪਹਿਲੇ ठीक हो गया। ਕਿਉਂਕਿ ਅਮਜਦ ਭਾਈ ਮੈਂ ਸਵੇਰ ਟਾਈਮ ਕਈ ਦਫੇ ਸੁਣ ਐਕਸਰਸਾਈਜ਼ ਕਰਨ ਗਿਆ ਹੁੰਦਾ ਵਾ ਤੇ ਉਹ ਫੋਨ ਤੇ ਫੋਨ ਆ ਜਾਂਦਾ। ਸਵੇਰ ਦੇ ਟਾਈਮ ਮੈਂ ਸਿਰਫ ਇੱਕ ਫੋਨ ਪਿਕ ਕਰਨਾ ਵਾ ਬਾਬਾ ਜੀ ਦਾ, ठीक है। ਕਿਉਂਕਿ ਬਾਬਾ ਜੀ ਮੇਰੇ ਫਾਰਮ ਤੇ ਹੁੰਦੇ ਨੇ। ਕੈਮਰਾਮੈਨ ਤਰਫ ਫੋਕਸ ਕਰੋ ਜੀ। ਸਾਡੇ ਬਾਬਾ ਜੀ ਔਰ ਅਸੀਂ ਇਹਨਾਂ ਕੋ ਬੜਾ ਕੁਝ ਸਿੱਖਦੇ ਹਾਂ। ਤੇ ਬਾਬੇ ਦਾ ਫੋਨ ਇਸ ਲਈ ਪਿਕ ਕਰਨਾ ਵਾ ਸਵੇਰ ਕਿ ਖੁਦਾ ਨਾ ਖਾਸਾ ਕਿ ਕੋਈ ਬਿਮਾਰੀ ਕਿਸੇ ਜਾਨਵਰ ਨਾਲ ਕੋਈ ਪ੍ਰੋਬਲਮ ਨਾ ਹੋਵੇ। ਜੀ, ਜੀ। ਇਸ ਤਰ੍ਹਾਂ ਕੋਈ ਵਿੱਚ ਕੋਈ ਫੋਨ ਆ ਜਾਂਦਾ ਹੈ ਨਾ, ਉਹ ਮੇਰਾ ਸਾਰਾ ਫੋਕਸ ਜਿਹੜਾ ਡਾਇਵਰਟ ਹੋ ਜਾਂਦਾ। ਮੈਨੂੰ ਹੁੰਦਾ ਕਿ ਖੁਦਾ ਨਾ ਖਾਸਾ ਉਹ ਵੇਲੀਓ ਬਾਬੇ ਨੇ ਮੈਨੂੰ ਫੋਨ ਨਹੀਂ ਕਰ ਤੇ ਬਰਾਏ ਮਿਹਰਬਾਨੀ ਉਸ ਟਾਈਮ ਤੇ ਕਾਲ ਨਾ ਕਰਿਆ ਕਰਨ जी। वीडियो इख्तिताम कर दीजिए। मिलते हैं नेक्स्ट खूबसूरत वीडियो। अल्लाह हाफिज़।